बिस्मिल्लाहिर्रहमानिर्रहीम। नाजरीन, अहम खबरां दे नाल मैं आया मोहम्मद वसीम शहजाद और तुसीं देख रहे हो मेरा यूट्यूब और फेसबुक। नाजरीन, गज़ा दे विच होण वाले जुल्म ते ਉਹ इसराइल ਦੀ ਬਰਬਰੀਅਤ ਉੱਤੇ ਇੱਕ ਵਾਰੀ ਅਸੀਂ ਫਿਰ ਹਾਜ਼ਰ ਹਾਂ। ਅਸੀਂ ਗਜ਼ਾ ਦੇ ਵਿੱਚ ਜਿਹੜਾ ਮੁਸਲਮਾਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਉਹਦੇ ਬਾਰੇ ਗੱਲ ਕਰਾਂਗੇ। ਅੱਜ ਇੱਕ ਐਸਾ ਮੁਲਕ, ਅੱਜ ਇੱਕ ਐਸਾ ਕੰਟਰੀ ਜਿਨ ਐਸਾ ਐਲਾਨ ਕੀਤਾ ਕਿ ਪੂਰੀ ਦੁਨੀਆ ਨੂੰ ਹੀ ਚੈਲੰਜ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਦੁਨੀਆ ਸਾਥ ਦੇ ਜਾਂ ਨਾ ਦੇ, ਅਸੀਂ ਗਜ਼ਾ ਦੇ ਉੱਤੇ ਜੰਗ ਜਾਰੀ ਰੱਖਾਂਗੇ। ਦੋਸਤੋ, ਉਹਦੇ ਕੋਲ ਕਿਹੜੀ ਚੀਜ਼ ਹੈ ਜਿਹਦੀ ਵਜ੍ਹਾ ਨਾਲ ਉਹ ਏਡੀਆਂ ਏਡੀਆਂ ਵੱਡੀਆਂ ਧਮਕੀਆਂ ਦਿੰਦਾ ਪਿਆ, ਪੂਰੀ ਦੁਨੀਆ ਨੂੰ ਚੈਲੰਜ ਕਰਦਾ ਪਿਆ। ਸਾਰੀ ਦੁਨੀਆ ਨੇ ਖਾਸ ਕਰ ਮੁਸਲਮਾਨ ਮੁਲਕਾਂ ਦੇ ਉੱਤੇ ਉਹਨ ਏਡੇ ਵੱਡੇ ਮੂੰਹ ਤੇ ਚਪੇੜ ਮਾਰੀ ਹੈ ਨਾ ਕਿ ਅੱਜ ਮੁਸਲਮਾਨ ਮੁਲਕਾਂ ਨੂੰ ਆਪਣੇ ਬਾਰੇ ਸੋਚਣਾ ਹੋਏਗਾ ਕਿ ਉਹਨਾਂ ਨੇ ਅੱਜ ਤੱਕ ਕੀ ਕੀਤਾ ਔਰ ਉਹਨਾਂ ਦੇ ਨਾਲ ਦੂਸਰੇ ਮੁਲਕਾਂ ਨੇ ਅੱਜ ਤੱਕ ਕਿਹਦਾ ਰਵੱਈਆ ਰੱਖਿਆ। ਮੁਸਲਮਾਨ ਦੇ ਉੱਤੇ ਜਿਹੜੇ ਜ਼ੁਲਮ ਹੋਏ ਨੇ ਉਹਦੇ ਵਿੱਚ ਅੱਜ ਦੇ ਬਿਆਨ ਨੇ ਤੇ ਸਾਰੇ ਮੁਲਕਾਂ ਨੂੰ ਜਿਹੜਾ ਨਾ ਸ਼ੀਸ਼ਾ ਦਿਖਾ ਦਿੱਤਾ। ਉਸ ਤੋਂ ਬਾਅਦ ਅੱਜ ਇੱਕ ਐਸੀ ਖਬਰ ਗਜ਼ਾ ਚੋਂ ਆਈ ਹੈ ਕਿ ਜਿਹਦੇ ਵਿੱਚ ਤੁਸੀਂ ਸੁਣ ਕੇ ਹੈਰਾਨ ਪਰੇਸ਼ਾਨ ਹੋ ਜਾਓਗੇ। ਛੋਟੇ ਬੱਚਿਆਂ ਦੇ ਉੱਤੇ ਜ਼ੁਲਮ, ਤਸ਼ੱਦਦ, ਮਾਰਪੀਟ, ਉਹਨਾਂ ਦੇ ਨਾਲ ਜ਼ੁਲਮ ਜ਼ਿਆਦਤੀ ਇੰਤਹਾਈ ਅਰੂਜ ਤੇ ਪਹੁੰਚ ਚੁੱਕੀ ਹੈ। ਦੋਸਤੋ, ਉਹਨਾਂ ਦੇ ਨਾਲ ਜ਼ਿਆਦਤੀ ਕੀਤੀ ਜਾ ਰਹੀ ਹੈ, ਜ਼ਹਿਨੀ, ਜਿਸਮਾਨੀ, ਮੁਆਸ਼ੀ, ਹਰ ਤਰ੍ਹਾਂ ਦੀ। ਉਹਨਾਂ ਨੂੰ ਰਾਤ ਨੂੰ ਉਹਨਾਂ ਦੇ ਘਰਾਂ ਦੇ ਉੱਤੇ ਰੇਡ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਜਾਂਦੇ ਨੇ ਤੇ ਦੁਬਾਰਾ ਉਹਨਾਂ ਨੂੰ ਜਾ ਕੇ ਜਦੋਂ ਉਹਨਾਂ ਨੂੰ ਵਾਪਸ ਛੱਡਦੇ ਨੇ ਤੇ ਕਈ ਬੱਚੇ ਆਪਣੇ ਜ਼ਹਿਨੀ ਤਵਾਜ਼ਨ ਤੱਕ ਖੋ ਬੈਂਦੇ ਨੇ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਅੱਗੇ ਕੀ ਕਰਨਾ ਔਰ ਸਾਡੇ ਨਾਲ ਕੀ ਹੋਣਾ। ਔਰ ਉਸ ਤੋਂ ਇਲਾਵਾ ਕਮ ਉਮਰ ਜਿਹੜੇ ਬੱਚੇ ਨੇ, ਯਾਨੀ ਕਿ ਬਹੁਤ ਛੋਟੇ ਬੱਚੇ ਨੇ, ਉਹਨਾਂ ਨਾਲ ਵੀ ਉਹਨਾਂ ਨੇ ਜਿਹੜੇ 8 ਤੋਂ 10 ਸਾਲ, 12 ਸਾਲ, 14 ਸਾਲ, ਸਾਰਿਆਂ ਦੇ ਨਾਲ ਹੀ ਇੰਤਹਾਈ ਜ਼ੁਲਮ ਤਸ਼ੱਦਦ ਦਾ ਮਾਹੌਲ ਪੈਦਾ ਕੀਤਾ ਹੋਇਆ ਉੱਥੇ। ਔਰ ਉੱਥੇ ਫੇਸ ਬੱਚਿਆਂ ਦੇ ਜਿਹੜੇ ਨੇ ਫੇਸ ਸੇਵਿੰਗ ਚਿਲਡਰਨ ਤਨਜ਼ੀਮ ਔਰ ਇਕਵਾਮੇ ਮੁਤਹਿਦਾ ਨੂੰ ਖੁਦ ਇਕਵਾਮੇ ਮੁਤਹਿਦਾ ਨੂੰ ਜਿਹੜਾ ਉਹਦੇ ਤੇ ਨੋਟਿਸ ਲੈਣਾ ਚਾਹੀਦਾ, ਉਹ ਵੀ ਇਹਦੇ ਵਿੱਚ ਬੇਬਸ ਨਜ਼ਰ ਆ ਰਹੀ ਹੈ। ਅੱਜ ਮੈਂ ਤੁਹਾਨੂੰ ਇੱਕ ਐਸੀ ਖਬਰ ਵੀ ਹੈ, ਅਮਰੀਕਾ ਤੋਂ ਇੱਕ ਖਬਰ ਆਈ ਹੈ ਕਿ ਬਾਈਡਨ ਇੰਤਜ਼ਾਮੀਆ ਨੇ ਵਾਈਟ ਹਾਊਸ ਦੇ ਬਾਹਰ ਗਜ਼ਾ ਦੇ ਹੱਕ ਦੇ ਵਿੱਚ ਇhtਜਾਜ ਕੀਤਾ। ਅੱਜ ਇਸ ਇhtਜਾਜ ਦੇ ਵਿੱਚ ਉਹਨਾਂ ਨੇ ਮੂੰਹਾਂ ਤੇ ਮਾਸਕ ਪਾਏ ਦੇ ਸੀ ਔਰ ਇਹ ਜਿਹੜੀ ਗੱਲ ਹੈ ਇਹ ਬਾਈਡਨ ਇੰਤਜ਼ਾਮੀਆ ਨੂੰ ਸੋਚਣ ਵਾਲੀ ਗੱਲ ਹੈ। ਬਾਈਡਨ ਹਕੂਮਤ ਨੂੰ ਸੋਚਣ ਵਾਲੀ ਗੱਲ ਹੈ ਕਿ ਉਹਨਾਂ ਦੀ ਇੰਤਜ਼ਾਮੀਆ ਉਹਨਾਂ ਦੇ ਖਿਲਾਫ ਇhtਜਾਜ ਕਰ ਰਹੀ ਹੈ। ਅੱਜ ਇੱਕ ਅਮਰੀਕੀ ਸਹਾਫੀ ਜਿਨ ਵਿਜ਼ਿਟ ਕੀਤਾ ਗਜ਼ਾ ਦਾ ਤੇ ਜਿਹੜੀ ਉਹਨ ਹਕੀਕਤ ਆ ਕੇ ਬਿਆਨ ਕੀਤੀ ਹੈ, ਉਹ ਬਿਆਨ ਕਰਦੇ ਹੋਏ ਖੁਦ ਰੋਈ ਪਈ ਹੈ। ਉਹ ਅਮਰੀਕੀ ਨਿਊਜ਼ ਚੈਨਲ ਦੀ ਸਹਾਫੀ ਜਿਹੜੀ ਹੈ ਉਹ ਅਰਬ ਦੇ ਰਸਤੇ ਹੈਲਥ ਟੀਮ ਦੇ ਨਾਲ ਗਈ ਹੈ ਉੱਥੇ ਦੌਰਾ ਤੇ। ਉਹਨੇ ਉੱਥੇ ਜਾ ਕੇ ਗਜ਼ਾ ਦਾ ਦੌਰਾ ਕੀਤਾ ਔਰ ਉਹਨ ਜਿਹੜੀਆਂ ਗੱਲਾਂ ਕੀਤੀਆਂ ਨੇ ਉਹ ਬਿਆਨ ਦੇ ਕਾਬਿਲ ਹੀ ਨਹੀਂ ਹੈ। ਉਹਨ ਇਹ ਆ ਕੇ ਦੱਸਿਆ ਕਿ ਲੋਕਾਂ ਦਾ ਉੱਥੇ ਇੰਨਾ ਬੁਰਾ ਹਾਲ ਹੈ ਕਿ ਉਹ ਕਹਿੰਦੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦੀ ਗਜ਼ਾ ਦੀ ਆਵਾਮ ਦਾ। ਤੇ ਸਭ ਤੋਂ ਵੱਡੀ ਚੀਜ਼ ਜਿਹੜੀ ਉਹਨੇ ਬਿਆਨ ਕੀਤੀ ਹੈ ਕਿ ਉੱਥੇ ਗਜ਼ਾ ਦੇ ਵਿੱਚ ਹਸਪਤਾਲਾਂ ਅੰਦਰ ਔਰਤਾਂ ਔਰ ਬੱਚਿਆਂ ਦੀ ਸਭ ਤੋਂ ਜ਼ਿਆਦਾ ਜ਼ਖਮੀ ਹਾਲਤ 'ਚ ਮੌਜੂਦ ਨੇ। ਨਾਜ਼ਰੀਨ, ਇੰਨੇ ਕੁ ਜ਼ਖਮੀ ਨੇ ਕਿ ਔਰਤਾਂ ਔਰ ਬੱਚਿਆਂ ਦੇ ਜੁਲਸੇ ਹੋਏ ਜਿਸਮ ਇੰਨੇ ਕੁ ਜ਼ਖਮੀ ਨੇ ਕਿ ਉੱਥੇ ਉਹਨਾਂ ਨੂੰ ਰੱਖਣ ਦੀ ਵੀ ਜਗ੍ਹਾ ਨਹੀਂ ਹੈਗੀ। ਇੱਕ ਚਾਰਪਾਈ ਦੇ ਉੱਤੇ ਜਿੱਥੇ ਜਿੱਥੇ ਜਗ੍ਹਾ ਲੱਭਦੀ ਹੈ 2-2, 3-3 ਮਰੀਜ਼ ਉਹਨਾਂ ਨੇ ਲਟਾਏ ਹੋਏ ਨੇ ਔਰ ਉਹਨਾਂ ਕੋਲ ਜਗ੍ਹਾ ਹੀ ਇੰਨੀ ਕੁ ਘੱਟ ਹੈ ਕਿ ਉਹਨਾਂ ਨੇ ਥੱਲੇ ਵਾਸ਼ਰੂਮਾਂ ਜਿੱਥੇ ਜਿੱਥੇ ਉਹਨਾਂ ਨੂੰ ਜਗ੍ਹਾ ਲੱਭਦੀ ਹੈ ਉਹਨਾਂ ਨੇ ਉੱਥੇ ਜਾ ਕੇ ਆਪਣੇ ਆਵਾਮ ਨੂੰ ਰੱਖਿਆ ਹੋਇਆ ਔਰ ਉਹਨਾਂ ਦਾ ਇਲਾਜ ਕਰ ਰਹੀ ਹੈ। ਔਰ ਉਹ ਇਹ ਗੱਲ ਦੱਸਦੀ ਹੋਈ ਖੁਦ ਉਹਨਾਂ ਦੀਆਂ ਅੱਖਾਂ ਵਿੱਚੋਂ ਆਂਸੂ ਆ ਗਏ ਨੇ। ਅੱਜ ਮੇਰਾ ਸਵਾਲ ਹੈ ਕਿ ਜਿਹੜਾ ਮੁਲਕ ਖੁਦ ਨੂੰ ਇਤਨਾ ਵੱਡਾ ਜਿਹੜਾ ਬਦਮਾਸ਼ ਬਣਿਆ ਹੋਇਆ ਹੈ, ਕਿਆ ਉਸ ਦੀ ਬਦਮਾਸ਼ੀ ਪੂਰੀ ਦੁਨੀਆ ਮਿਲ ਕੇ ਵੀ ਨਹੀਂ ਖਤਮ ਕਰ ਸਕਦੀ? ਅੱਜ ਸਾਡੇ ਮੁਲਕ ਪਾਕਿਸਤਾਨ ਦੇ ਅੰਦਰ ਜਿਹੜਾ ਲਾ ਇਲਾਹਾ ਇਲੱਲਾ ਦੇ ਨਾਂ 'ਤੇ ਹਾਸਲ ਕੀਤਾ ਗਿਆ ਸੀ, ਸਾਨੂੰ ਇਹ ਵੀ ਦੱਸਿਆ ਗਿਆ ਕਿ ਮੁਸਲਮਾਨ ਇੱਕ ਜਿਸਮ ਨਹੀਂ ਮਨਾਉਂਦੇ, ਲੇਕਿਨ ਸਾਡੇ ਮੁਲਕ ਦੇ ਵਿੱਚ ਵੀ ਇਸ ਬਾਰੇ ਕੋਈ ਬਿਆਨ ਨਹੀਂ। ਜਿੰਨੀ ਦੇਰ ਤੱਕ ਇਹ ਸਾਰੇ ਮੁਲਕ ਇਕੱਠੇ ਹੋ ਕੇ ਮੁਸਲਿਮ ਮੁਲਕ, ਇਹਨਾਂ ਦੀ ਆਵਾਮ ਖੁਦ ਨੂੰ ਇਕੱਠੀ ਹੋਣਾ ਪਏਗਾ, ਇਹਨਾਂ ਦੀ ਆਵਾਮ ਨੂੰ ਖੁਦ ਇਕੱਠੀ ਹੋਣਾ ਪਏਗਾ। ਜਿੰਨੀ ਦੇਰ ਤੱਕ ਸਾਰੀ ਮੁਸਲਿਮ ਉਮਤ ਜਿਹੜੀ ਹੈ ਇਹ ਆਵਾਮ ਇਕੱਠੀ ਨਹੀਂ ਹੋਏਗੀ, ਉਨੀ ਦੇਰ ਤੱਕ ਅਸੀਂ ਦੁਨੀਆ ਦੇ ਕਿਸੇ ਮੁਲਕ ਦੇ ਉੱਤੇ ਦਬਾਅ ਨਹੀਂ ਪਾ ਸਕਦੇ। ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਔਰ ਅਸਾਂ
ਇਨਸ਼ਾ ਅੱਲਾਹ ਤਾਲਾ ਇਸ ਚੀਜ਼ ਦੇ ਉੱਤੇ ਆਵਾਜ਼ ਉਠਾਉਂਦੇ ਰਵਾਂਗੇ, ਮੁਸਲਮਾਨਾਂ ਦੇ ਜ਼ੁਲਮ ਦੇ ਉੱਤੇ, ਮੁਸਲਮਾਨਾਂ ਦੀ ਬਰਬਰੀਅਤ ਦੇ ਉੱਤੇ। ਜਿੱਥੇ ਵੀ ਉਹ ਹੋਏਗੀ ਅਸੀਂ ਉਹਨਾਂ ਦੇ ਵਾਸਤੇ ਜ਼ਰੂਰ ਆਵਾਜ਼ ਉਠਾਵਾਂਗੇ। ਇਸੇ ਚੀਜ਼ ਦੇ ਨਾਲ ਸਾਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।